ਤੇ ਐਨ ਮੌਕੇ ਤੇ ਜਦੋਂ ਮੈਂ ਕੱਲ ਘਰੋਂ ਨਿਕਲਿਆ ਤੇ ਮੈਨੂੰ ਮੋਹਾਲੀ ਦੇ ਉੱਚ ਅਧਿਕਾਰੀਆਂ ਦਾ ਪ੍ਰਸ਼ਾਸਨ ਦਾ ਸੁਨੇਹਾ ਲੱਗਿਆ ਕਿ ਤੁਸੀਂ ਇੱਥੇ ਨਾ ਆਓ। ਪਰ ਸਾਡੇ ਕੋਲ ਇੰਟੈਲੀਜੈਂਸ ਦੀਆਂ ਕਈ ਰਿਪੋਰਟਾਂ ਨੇ ਕਿਹਾ ਕਿ ਪਿਛਲਾ ਤੁਸੀਂ ਰਿਕਾਰਡ ਦੇਖ ਸਕਦੇ ਹੋ, ਕੋਈ ਕਦੇ ਇਦਾਂ ਦੀ ਗੱਲਬਾਤ ਨਹੀਂ ਹੋਈ। ਇਸ ਤਾਂ ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਕਿਸਾਨ ਮੋਰਚੇ ਨੂੰ 7 ਮਹੀਨੇ ਪੂਰੇ ਹੋ ਗਏ ਨੇ। ਆਈ 26 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸਪੈਸ਼ਲ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤੇ ਕੱਲ ਵੀ 26 ਜੂਨ ਨੂੰ ਇੱਕ ਜਿਹੜਾ ਰੋਸ ਮਾਰਚ ਕੀਤਾ ਗਿਆ ਸੀ ਚੰਡੀਗੜ੍ਹ ਵਿੱਚ। ਸੋ ਉਸ ਪ੍ਰੋਗਰਾਮ ਤੋਂ ਬਾਅਦ ਕਾਫੀ ਸਾਰੇ ਜਿਹੜੇ ਹੈ ਚੰਡੀਗੜ੍ਹ ਪੁਲਿਸ ਵੱਲੋਂ ਪਰਚੇ ਕੀਤੇ ਗਏ ਨੇ ਕਿ ਨਾਮੀ ਸ਼ਖਸੀਅਤਾਂ ਨੇ, ਜਿਹਦੇ ਵਿੱਚ ਸਿੰਗਰ ਵੀ ਨੇ, ਐਕਟੀਵਿਸਟ ਵੀ ਨੇ। ਸੋ ਉਹਨਾਂ ਵਿੱਚੋਂ ਇੱਕ ਪੰਜਾਬੀ ਸਿੰਗਰ ਜਸ ਬਾਜਵਾ ਨੇ। ਸੋ ਜਸ ਬਾਜਵਾ ਜੀ ਨਾਲ ਗੱਲਬਾਤ ਕਰਾਂਗੇ। ਬਾਜਵਾ ਸਾਹਿਬ ਦਾ ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਬਾਈ ਜੀ, ਧੰਨਵਾਦ। ਕੱਲ ਜਿਹੜੇ ਪਰਚੇ ਹੋਏ ਨੇ, ਇੱਕ ਨਹੀਂ 8 ਧਾਰਾਵਾਂ ਤੁਹਾਡੇ ਤੇ ਲੱਗੀਆਂ ਨੇ ਕਿ ਉਹਦੇ 'ਚ ਕਾਫੀ ਸਾਰੀਆਂ ਅਲੱਗ-ਅਲੱਗ ਨੇ ਕਿ ਭੀੜ ਨੂੰ ਉਕਸਾਇਆ ਜੀ, ਹਥਿਆਰ ਨੰਗੀਆਂ ਤਲਵਾਰਾਂ ਲੈ ਕੇ ਆਏ ਸੀਗੇ ਤੇ ਪੁਲਿਸ ਜਿਹੜੇ ਸੀਗੇ ਉੱਥੇ ਕਾਂਸਟੇਬਲ ਖੜੇ ਸੀ, ਉਹਨਾਂ ਤੇ ਵੀ ਅਟੈਕ ਕੀਤਾ। ਸੋ ਕੀ ਮੰਨਦੇ ਹੋ, ਇਹਦੇ ਬਾਰੇ ਕੀ ਮੰਨਦੇ ਹੋ ਤੁਸੀਂ? ਜੇ ਗੱਲ ਧਾਰਾਵਾਂ ਦੀ ਕਰਾਂ ਜਾਂ ਪਰਚੇ ਦੀ ਕਰਾਂ ਤਾਂ ਟੋਟਲ ਮੈਂ ਇਹਦੀ ਪੁਸ਼ਟੀ ਕਰਦਾ ਕਿ ਇਹ ਬੇਬੁਨਿਆਦ ਨੇ, ਸਾਰੀਆਂ ਝੂਠੀਆਂ ਧਾਰਾਵਾਂ ਨੇ। ਜਿਹੜੀ ਮੇਰੀ ਕੱਲ ਦੀ ਮੂਵਮੈਂਟ ਸੀ, ਕੱਲ ਦੇ ਦਿਨ ਦੀ, ਉਹ ਕੋਈ ਮੇਰੀ ਪਰਸਨਲ ਮੂਵਮੈਂਟ ਨਹੀਂ ਸੀ, ਉਹ ਪਬਲਿਕਲੀ ਮੂਵਮੈਂਟ ਸੀ। ਜੋ ਵੀ ਕੁਝ ਕੱਲ ਵਾਪਰਿਆ ਉਹ ਪਬਲਿਕ ਦੇ ਵਿੱਚ ਰਹਿ ਕੇ ਹੀ ਵਾਪਰਿਆ। ਪਬਲਿਕ ਉਸ ਗੱਲ ਦੀ ਗਵਾਹ ਹੈ। ਮੀਡੀਆ ਨੇ ਉਸ ਚੀਜ਼ ਨੂੰ ਕੈਪਚਰ ਕੀਤਾ। ਜਿੱਦਾਂ ਗੱਲ ਕਿਸਾਨੀ ਸੰਘਰਸ਼ ਦੀ ਕਰੀਏ ਤਾਂ 7 ਮਹੀਨੇ ਤੋਂ ਉੱਤੇ ਦਿੱਲੀ ਦੀਆਂ ਸਰਹੱਦਾਂ ਤੇ ਹੋ ਗਿਆ ਤੇ 2-2.5 ਮਹੀਨੇ ਇੱਥੇ ਲਗਾਤਾਰ ਅਸੀਂ ਸੰਘਰਸ਼ ਕਰਦਿਆਂ ਨੂੰ ਹੋ ਗਿਆ। ਪਰ ਜਿਹੜੀ ਗਵਰਨਮੈਂਟ ਹੈ ਉਹ ਬਿਲਕੁਲ ਬੋਲੀ ਹੋ ਚੁੱਕੀ ਹੈ। ਉਹਨੇ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ। ਬੇਸਿੱਟਾ 11 ਦੌਰ ਦੀਆਂ ਮੀਟਿੰਗਾਂ ਹੋਈਆਂ। ਹੁਣ ਵੀ ਮੰਗ ਪੱਤਰ ਭੇਜਿਆ ਗਿਆ ਕਿ ਹੁਣ ਅਗਲੀ ਵਾਰੀ ਗੱਲਬਾਤ ਕਰਨ ਦਾ ਰਾਹ ਕੋਈ ਖੋਲ੍ਹੋ। ਨਹੀਂ ਕੋਈ ਗੱਲਬਾਤ ਹੋਈ। ਪਿਛਲੇ ਦਿਨਾਂ ਦਰਮਿਆਨ ਕੋਵਿਡ ਦਾ ਹਵਾਲਾ ਦੇ ਕੇ ਥੋੜ੍ਹਾ ਜਿਹਾ 2-3 ਮਹੀਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ। ਉਦੋਂ ਪਹਿਲਾਂ ਜਿਹੜੀ ਲਹਿਰ ਸੀ, ਮਹਾਂ ਪੰਚਾਇਤਾਂ ਦੇ ਥਰੂ ਲੋਕਾਂ ਨੂੰ ਲਾਮਬੰਦ ਕੀਤਾ ਜਾਂਦਾ ਸੀ। ਹੁਣ ਜਦੋਂ ਦਾ ਕੋਵਿਡ ਥੋੜ੍ਹਾ ਜਿਹਾ ਕੰਟਰੋਲ ਹੋਇਆ, ਸਾਡੇ ਪ੍ਰੋਗਰਾਮ ਸੰਯੁਕਤ ਮੋਰਚੇ ਦੇ ਲਗਾਤਾਰ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਕੋਈ ਪ੍ਰੋਗਰਾਮ ਚਾਹੀਦੇ ਆ, ਸ਼ੁਰੂ ਹੋਏ। ਪਿਛਲੀ 26 ਦੀ ਗੱਲ ਕਰੀਏ ਤਾਂ ਕਾਲੀਆਂ ਝੰਡੀਆਂ ਕਾਰਾਂ ਤੇ ਕੋਠਿਆਂ ਤੇ ਲਾਉਣੀਆਂ ਸੀ। ਸਾਡੇ ਘਰ ਤੇ ਹੁਣ ਤੱਕ ਲੱਗੀਆਂ ਨੇ। ਤਾਂ ਲੋਕਾਂ 'ਚ ਇੱਕ ਭਾਰੀ ਜੋਸ਼ ਸੀਗਾ। ਲਾਉਣੀਆਂ ਤਾਂ ਇਕੱਲੀਆਂ ਝੰਡੀਆਂ ਸੀ, ਪਰ ਮੈਨੂੰ ਯਾਦ ਹੈ ਕਿ ਮੋਹਾਲੀ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਉਸ ਦਿਨ। ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਅਸੀਂ ਸਾਰਾ ਉਹ ਪ੍ਰੋਗਰਾਮ ਕੀਤਾ ਤੇ ਲੋਕ ਆਪਦਾ ਰੋਸ ਜਤਾ ਕੇ ਆਪਦੇ ਘਰਾਂ ਨੂੰ ਗਏ। ਹੁਣ ਜਿਹੜਾ ਇਹ ਜਦੋਂ ਗਵਰਨਰ ਹਾਊਸ ਘਰਾ ਦਾ ਸਾਨੂੰ ਸੁਨੇਹਾ ਆਇਆ ਕਿ ਅਸੀਂ ਇਹ ਪ੍ਰੋਗਰਾਮ ਲਿਖਣਾ ਹੈ, ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਭਾਈਚਾਰਾ, ਮਜ਼ਦੂਰ ਭਾਈਚਾਰਾ ਵੱਡੀ ਗਿਣਤੀ 'ਚ ਚੰਡੀਗੜ੍ਹ ਪਹੁੰਚਿਆ। ਸਾਡਾ ਵੀ ਪ੍ਰੋਗਰਾਮ ਇੱਥੋਂ ਅੰਬ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਾਣ ਦਾ ਸੀ। ਤੇ ਐਨ ਮੌਕੇ ਤੇ ਜਦੋਂ ਮੈਂ ਕੱਲ ਘਰੋਂ ਨਿਕਲਿਆ ਤੇ ਮੈਨੂੰ ਮੋਹਾਲੀ ਦੇ ਉੱਚ ਅਧਿਕਾਰੀਆਂ ਦਾ ਪ੍ਰਸ਼ਾਸਨ ਦਾ ਸੁਨੇਹਾ ਲੱਗਿਆ ਕਿ ਤੁਸੀਂ ਇੱਥੇ ਨਾ ਆਓ, ਤੁਸੀਂ ਇੱਥੇ ਆਉਣ ਤੋਂ ਗੁਰੇਜ਼ ਕਰੋ। ਸਾਡੇ ਕੋਲ ਇੰਟੈਲੀਜੈਂਸ ਦੀਆਂ ਕਈ ਰਿਪੋਰਟਾਂ ਨੇ, ਕੁਛ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋ ਸਕਦੀ ਹੈ ਇੱਥੇ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਮੇਰਾ ਤਾਂ ਤੁਸੀਂ ਪਿਛਲਾ ਰੈਕਡ, ਮੈਂ ਉਹਨਾਂ ਨੂੰ ਕਿਹਾ ਕਿ ਪਿਛਲਾ ਤੁਸੀਂ ਰਿਕਾਰਡ ਦੇਖ ਸਕਦੇ ਹੋ, ਕੋਈ ਕਦੇ ਇਦਾਂ ਦੀ ਗੱਲਬਾਤ ਨਹੀਂ ਹੋਈ। ਅਸੀਂ ਤਾਂ ਬਿਲਕੁਲ ਮਾਨ ਮਰਿਆਦਾ 'ਚ ਰਹਿ ਕੇ ਕੰਮ ਕਰਨ ਵਾਲੇ ਲੋਕ ਹਾਂ। ਕੁਛ ਵੀ ਇਦਾਂ ਦੀ ਕਾਰਵਾਈ ਸਾਡੇ ਵੱਲੋਂ ਨਹੀਂ ਕੀਤੀ ਜਾਂਦੀ, ਪ੍ਰਸ਼ਾਸਨ ਦੀ ਉਲੰਘਣਾ ਨਹੀਂ ਕੀਤੀ ਜਾਂਦੀ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਤੁਸੀਂ ਇਸ ਗੱਲ ਤੋਂ ਅੱਜ ਗੁਰੇਜ਼ ਹੀ ਕਰੋ, ਤੁਸੀਂ ਨਾ ਆਓ। ਤਾਂ ਫਿਰ ਮੈਨੂੰ ਲੱਗਿਆ ਕਿ ਜਦੋਂ ਮੈਂ ਲਗਾਤਾਰ ਇੱਥੇ ਮੋਹਾਲੀ ਦੇ ਵਿੱਚ ਬਹੁਤ ਪ੍ਰੋਗਰਾਮ ਕੀਤੇ ਆ, ਪ੍ਰਸ਼ਾਸਨ ਨੇ ਕਦੇ ਵੀ ਕੋਈ ਇਦਾਂ ਦੀ ਗੱਲਬਾਤ ਮੇਰੇ ਨਾਲ ਨਹੀਂ ਕੀਤੀ। ਜੇ ਮੈਨੂੰ ਲੱਗਿਆ ਜੇ ਉਹ ਕਹਿ ਰਹੇ ਆ ਤਾਂ ਕੁਛ ਹੋ ਸਕਦਾ। ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਇਕੱਲਾ ਮੋਹਾਲੀ ਨਹੀਂ ਆ ਸਕਦਾ ਜਾਂ ਮੈਂ ਕਿਤੇ ਵੀ ਨਹੀਂ ਜਾ ਸਕਦਾ। ਤਾਂ ਉਹਨਾਂ ਨੇ ਕਿਹਾ ਤੁਸੀਂ ਜਿੱਥੇ ਹੋਰ ਜਾ ਸਕਦੇ ਹੋ, ਪਰ ਇੱਥੇ ਨਹੀਂ ਅੱਜ ਆ ਸਕਦੇ। ਮੈਂ ਉਹਨਾਂ ਨੂੰ ਪੁੱਛਿਆ ਕਿ ਹਰਿਆਣੇ ਜਾ ਸਕਦਾ, ਤਾਂ ਉਹਨਾਂ ਨੇ ਕਿਹਾ ਬਿਲਕੁਲ ਜਾ ਸਕਦੇ ਹੋ। ਫਿਰ ਗੱਲ ਹੀ ਰੱਖਣੀ ਆ ਅੱਜ, ਗੱਲ ਜਿਹੜੀ ਕਿਸਾਨੀ ਦੀ ਆ, ਕਿਸੇ ਹੱਦਾਂ ਸਰਹੱਦਾਂ ਦੇ ਬੰਦਿਸ਼ 'ਚ ਨਹੀਂ ਰਹਿ ਗਈ। ਚਾਹੇ ਗੱਲ ਪੰਜਾਬ ਤੋਂ ਕਰੀਏ, ਰਾਜਸਥਾਨ ਤੋਂ ਕਰੀਏ, ਹਰਿਆਣੇ ਤੋਂ ਕਰੀਏ, ਗੱਲ ਇੱਕੋ ਹੀ ਹੈ। ਤਾਂ ਫਿਰ ਮੈਂ ਚੜੂੰਨੀ ਸਾਹਿਬ ਬਹੁਤ ਵੱਡਾ ਜਥਾ ਆਪਣਾ ਨਾਢਾ ਸਾਹਿਬ ਤੋਂ ਲੈ ਕੇ ਆ ਰਹੇ ਸੀ। ਮੈਂ ਜਾ ਕੇ ਇੱਥੋਂ ਘਰੋਂ ਨਿਕਲਿਆ, ਫੋਨ ਮੈਨੂੰ ਰਾਹ 'ਚ ਹੀ ਆ ਗਿਆ ਸੀ। ਮੈਂ ਸੁਹਾਣਾ ਸਾਹਿਬ ਨੂੰ ਹੁੰਦਾ ਹੋਇਆ ਜ਼ੀਰਕਪੁਰ ਵਾਇਆ ਪੰਚਕੂਲੇ ਪਹੁੰਚਿਆ, ਉਹਨਾਂ ਨੂੰ ਜੁਆਇਨ ਕੀਤਾ। ਉਹਨਾਂ ਦੇ ਨਾਲ ਬਹੁਤ ਵੱਡਾ ਕਾਫਲਾ ਸੀ ਕਿਸਾਨ ਭਾਈਚਾਰੇ ਦਾ, ਮਜ਼ਦੂਰ ਭਾਈਚਾਰੇ ਦਾ। ਅਸੀਂ ਲਾਸਟ ਬੈਰੀਗੇਡ ਤੇ ਪਹੁੰਚੇ ਹਾਂ ਜਿੱਥੇ ਮੰਗ ਪੱਤਰ ਦੇਣਾ ਸੀਗਾ। ਮੈਂ ਸੀ ਨਾਲ, ਜੋਗਿੰਦਰ ਯਾਦਵ ਜੀ ਸੀ। ਈਵਨ ਕਿ ਚੜੂੰਨੀ ਸਾਹਿਬ ਦੀ ਗੱਡੀ ਤੇ ਖੜ੍ਹ ਕੇ ਮੈਂ
ਭਾਈਚਾਰੇ ਨੂੰ ਸੰਬੋਧਨ ਵੀ ਕੀਤਾ, ਉਹ 'ਚ ਵੀ ਇਹੀ ਗੱਲ ਕਹੀ ਕਿ ਆਪਾਂ ਕੁਛ ਵੀ ਇੱਦਾਂ ਦਾ ਨਹੀਂ ਕਰਨਾ ਜਿਹਦੇ ਕਰਕੇ ਕੋਈ ਪ੍ਰਸ਼ਾਸਨ ਨੂੰ ਪ੍ਰੋਬਲਮ ਆਵੇ, ਕੋਈ ਭੰਨ-ਤੋੜ ਜਾਂ ਕੋਈ ਅਕਸਾਊ ਚੀਜ਼ਾਂ ਨਹੀਂ ਇੱਦਾਂ ਦੀਆਂ ਕਰਨੀਆਂ ਕਿ ਕੱਲ੍ਹ ਨੂੰ ਆਪਣੇ ਤੇ ਬਲੇਮ ਲੱਗੇ ਕਿ ਕਿਸਾਨਾਂ ਨੇ ਅੱਜ ਸ਼ਹਿਰ 'ਚ ਆ ਕੇ ਭੰਨ-ਤੋੜ ਕੀਤੀ ਹੈ, ਤੇ ਉੱਦਾਂ ਹੋਇਆ ਵੀ ਨਹੀਂ। ਬਹੁਤ ਸ਼ਾਂਤਮਈ ਤਰੀਕੇ ਨਾਲ ਸਭ ਕੁਛ ਹੋਇਆ। ਅ, ਗਵਰਨਰ ਹਾਊਸ 'ਚੋਂ ਕੁਝ ਅਧਿਕਾਰੀ ਆਏ, ਅਸੀਂ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਤੇ ਚੜੂੰਨੀ ਸਾਹਿਬ ਆਪਦਾ ਵਾਪਸ ਚਲੇ ਗਏ। ਉਹਨਾਂ ਨੇ ਕੁਛ ਪਾਣੀ ਦੀਆਂ, ਬਿਜਲੀ ਦੇ ਕਨੈਕਸ਼ਨਾਂ ਦੀਆਂ ਮੰਗਾਂ ਸੀ। ਬਿਜਲੀ ਘਰ ਜਾਣਾ ਸੀਗਾ। ਅਸੀਂ ਉਹਨਾਂ ਤੋਂ ਆਗਿਆ ਲੈ ਕੇ ਵਾਪਸ ਆਪਣੇ ਘਰ ਆ ਗਏ। ਜਦੋਂ ਘਰ ਆਏ, ਅੱਜ ਸਵੇਰੇ ਉੱਠੇ, ਗੁਰੂ ਘਰ ਜਾਣਾ ਸੀ, ਗੁਰੂ ਘਰ ਮੱਥਾ ਟੇਕ ਰਹੇ ਸੀ, ਤਾਂ ਉੱਥੇ ਮੀਡੀਆ ਦੇ ਥਰੂ ਪਤਾ ਲੱਗਿਆ ਕਿ ਕੱਲ੍ਹ ਜਿਹੜਾ ਪਰਚਾ ਹੈ ਉਹ ਸਾਡੇ ਤੇ ਕੱਟ ਦਿੱਤਾ ਗਿਆ ਤੇ ਧਾਰਾਵਾਂ ਇਹ ਲਾ ਦਿੱਤੀਆਂ ਗਈਆਂ। ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਐਡੀਆਂ-ਐਡੀਆਂ ਧਾਰਾਵਾਂ ਦੰਗੇ ਭੜਕਾਉਣ ਦੀਆਂ ਜਾਂ ਨੋਨ ਬੇਲੇਬਲ ਜਿਹੜੀਆਂ ਧਾਰਾਵਾਂ ਮੇਰੇ ਤੇ ਲੱਗੀਆਂ। ਬੜਾ ਦਿਲ 'ਚ ਦੁੱਖ ਵੀ ਹੋਇਆ ਕਿ ਅੱਜ ਲੋਕਤੰਤਰ ਦੀ ਇਹ ਖੂਬਸੂਰਤੀ ਹੁੰਦੀ ਹੈ ਕਿ ਤੁਸੀਂ ਕਿਤੇ ਵੀ, ਜੇ ਤੁਹਾਨੂੰ ਕੁਛ ਨਹੀਂ ਸਿਸਟਮ ਸਹੀ ਲੱਗ ਰਿਹਾ, ਤੁਸੀਂ ਆਵਾਜ਼ ਉਠਾ ਸਕਦੇ ਹੋ, ਆਪਣੀ ਗੱਲ ਰੱਖ ਸਕਦੇ ਹੋ। ਤਾਂ ਸਾਨੂੰ ਤਾਂ ਇਹ ਲੋਕਤੰਤਰ ਦਾ ਵੱਡਾ ਘਾਣ ਹੈ, ਗਵਰਨਮੈਂਟ ਜਿਹੜਾ ਕਰ ਰਹੀ ਹੈ। ਸਾਨੂੰ ਦਬਾਇਆ ਜਾ ਰਿਹਾ, ਸਾਡੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਗੱਲ ਨਾ ਕਰੀਏ, ਅਸੀਂ ਆਪਣੇ ਭਾਈਚਾਰੇ ਦੇ ਮੋਢੇ ਨਾਲ ਮੋਢੇ ਲਾ ਕੇ ਨਾ ਖੜੀਏ ਜਾਂ ਆਪਣੇ ਖੇਤਾਂ ਲਈ ਲੜੀਏ ਨਾ। ਤਾਂ ਮੈਨੂੰ ਲੱਗਦਾ ਕਿ ਪ੍ਰਸ਼ਾਸਨ, ਚੰਡੀਗੜ੍ਹ ਪ੍ਰਸ਼ਾਸਨ ਦਾ ਮੈਂ ਬਹੁਤ ਸਤਿਕਾਰ ਕਰਦਾ। ਪ੍ਰਸ਼ਾਸਨ ਹਮੇਸ਼ਾ ਫਿਕਰਮੰਦ ਹੈ ਸਾਡੀ ਸੇਫਟੀ ਲਈ ਜਾਂ ਸਾਡੇ ਲਈ ਕੰਮ ਕਰਦਾ, ਸਾਡੀ ਭਲਾਈ ਲਈ ਕੰਮ ਕਰਦਾ। ਕਿਤੇ ਨਾ ਕਿਤੇ ਮੈਂ ਬੇਨਤੀ ਵੀ ਕਰਦਾ ਪ੍ਰਸ਼ਾਸਨ ਨੂੰ, ਚੰਡੀਗੜ੍ਹ ਪ੍ਰਸ਼ਾਸਨ ਨੂੰ, ਕਿ ਉਹ ਇੱਕ ਵਾਰੀ ਫਿਰ ਤੋਂ ਜਾਂਚ ਕਰੇ ਸਾਰੀਆਂ ਚੀਜ਼ਾਂ ਦੀ, ਕਿਉਂਕਿ ਜਦੋਂ ਕੋਈ ਕੇਸ FIR ਦਰਜ ਹੁੰਦਾ ਹੈ ਜਾਂ ਕੋਈ ਪਰਚਾ ਕਿਸੇ ਤੇ ਕੱਟਿਆ ਜਾਂਦਾ, ਤਾਂ ਸਬੂਤਾਂ ਦੇ ਆਧਾਰ ਤੇ, ਕੁਛ ਤੱਥਾਂ ਦੇ ਆਧਾਰ ਤੇ ਉਹ ਪਰਚਾ ਦਰਜ ਹੁੰਦਾ ਹੈ। ਕੋਈ ਉੱਦਾਂ ਦਾ, ਮੇਰੀ ਕੱਲ੍ਹ ਦੀ ਜਿਹੜੀ ਗਤੀਵਿਧੀ ਹੈ ਸਾਰਾ ਕੁਛ ਰਿਕਾਰਡਡ ਹੈ, ਸੋਸ਼ਲ ਮੀਡੀਆ ਤੇ ਰਿਕਾਰਡਡ ਹੈ, ਮੇਰੇ ਇੰਸਟਾਗ੍ਰਾਮ ਤੇ ਰਿਕਾਰਡਡ ਹੈ, ਨਿਊਜ਼ ਚੈਨਲਾਂ ਤੇ ਰਿਕਾਰਡਡ ਹੈ, ਲੱਖਾਂ ਬੰਦੇ ਉਸ ਗੱਲ ਦੇ ਗਵਾਹ ਨੇ। ਮੇਰੇ ਤੇ ਏਦਾਂ ਪਰਚੇ ਕੱਟ ਦੇਣੇ, ਗੱਲ, ਮੈਨੂੰ ਇਹ ਨਹੀਂ ਕਿ ਮੈਂ ਪਰਚੀਆਂ ਤੋਂ ਡਰਦਾ, ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਆਪਣੀ ਗੱਲ ਰੱਖਣ ਦੇ ਲਈ ਵੀ ਹੁਣ ਸਾਨੂੰ ਏਦਾਂ ਦਬਾਇਆ ਜਾ ਰਿਹਾ। ਜੇ ਅਸੀਂ ਇੱਕ ਲੋਕਤੰਤਰੀ ਤਰੀਕੇ ਨਾਲ ਇੱਕ ਪ੍ਰਸ਼ਾਸਨ ਦੀ ਮਾਨ ਮਰਿਆਦਾ ਹੇਠ ਰਹਿ ਕੇ ਗੱਲ ਕਰ ਰਹੇ ਹਾਂ, ਫਿਰ ਵੀ ਸਾਡੇ ਤੇ ਝੂਠੇ ਪਰਚੇ ਆ ਜਿਹੜੇ ਉਹ ਪਵਾਏ ਜਾ ਰਹੇ ਆ। ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਹੈ ਜਿਹੜੀ, ਉਹ ਪ੍ਰਸ਼ਾਸਨ ਦੇ ਮੋਢੇ ਤੇ ਰੱਖ ਕੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿੱਦਾਂ ਸੰਘਰਸ਼ ਚੱਲ ਰਿਹਾ, ਨੌਜਵਾਨੀ ਨੂੰ ਇੱਕ ਜੋਸ਼ ਮਿਲਦਾ। ਅਸੀਂ ਜਦੋਂ ਇੱਕ ਵੱਡੇ ਕਾਫਲੇ ਲੈ ਕੇ ਨੌਜਵਾਨਾਂ ਦੇ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਜਾਂਦੇ ਹਾਂ ਜਾਂ ਪਿੰਡਾਂ 'ਚ ਜਾਂਦੇ ਹਾਂ, ਤਾਂ ਇੱਕ ਨੌਜਵਾਨੀ ਨੂੰ ਬਲ ਮਿਲਦਾ ਕਿ ਯਾਰ, ਜੇ ਸਾਡੇ ਭਰਾ ਸਾਡੇ ਨਾਲ ਖੜੇ ਆ ਤਾਂ ਸਾਨੂੰ ਵੀ ਜਾਣਾ ਚਾਹੀਦਾ। ਪਿਛਲੇ 8 ਮਹੀਨੇ ਤੋਂ ਆਪਦਾ ਕੰਮਕਾਰ ਛੱਡ ਕੇ ਲਗਾਤਾਰ ਸੰਘਰਸ਼ ਦੇ ਵਿੱਚ ਆ। ਹੋਰ ਕੋਈ ਪੁਖਤਾ ਇਨਕਮ ਦਾ ਸਾਧਨ ਨਹੀਂ, 8 ਮਹੀਨੇ ਤੋਂ ਕੋਈ ਗਾਣਾ ਨਹੀਂ ਆਇਆ। ਲਗਾਤਾਰ ਡਟੇ ਹੋਏ ਆ ਤੇ ਅੱਗੇ ਵੀ ਡਟੇ ਰਵਾਂਗੇ, ਕਿਉਂਕਿ ਸਾਡਾ ਗਾਣਾ ਆਉਣਾ ਨਹੀਂ ਆਉਣਾ ਉਹ ਮੈਟਰ ਨਹੀਂ ਕਰਦਾ। ਲੋੜਾਂ ਮੇਰੀਆਂ ਵੀ ਨੇ, ਪੈਸੇ ਦੀ ਲੋੜ ਮੈਨੂੰ ਵੀ ਆ, ਘਰ ਪਰਿਵਾਰ ਮੈਂ ਵੀ ਪਾਲਣਾ, ਗੱਡੀਆਂ 'ਚ ਤੇਲ ਮੈਂ ਵੀ ਪਾਉਣਾ। ਪਰ ਕਿਤੇ ਨਾ ਕਿਤੇ ਮੇਰੀਆਂ ਲੋੜਾਂ ਉਹਨਾਂ ਭਰਾਵਾਂ ਤੋਂ ਵੱਡੀਆਂ ਨਹੀਂ ਜਿਹੜੇ ਲਗਾਤਾਰ ਉੱਥੇ ਬੈਠੇ ਆ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜਿਹੜੇ ਡਾਂਗਾਂ ਝੱਲਦੇ ਆ, ਪਾਣੀ ਦੀਆਂ ਵਿਛਾੜਾਂ, ਕਿੰਨੀਆਂ ਰੁੱਤਾਂ ਉਹਨਾਂ ਨੇ ਆਪਣੇ ਸਿਰ ਤੋਂ ਲੰਘਾਤੀਆਂ। ਸੋ ਉਹਨਾਂ ਦੇ ਨਾਲ, ਉਹ ਮੈਨੂੰ ਲੱਗਦਾ ਕਿ ਮੇਰੇ ਆਪਣੇ ਆ, ਉਹ ਸਾਡੇ ਲੋਕ ਹੈ। ਸੋ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਸਾਡਾ ਫਰਜ਼ ਬਣਦਾ। ਸੰਯੁਕਤ ਮੋਰਚੇ ਦਾ ਪ੍ਰੋਗਰਾਮ ਸੀ, ਅਸੀਂ ਸਭ ਕੁਛ ਮਾਨ ਮਰਿਆਦਾ ਰਾਹੀਂ ਕੀਤਾ। ਗਵਰਨਮੈਂਟ ਨੂੰ ਲੱਗਿਆ, ਦਬਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਆਪਣਾ ਕੰਮ ਕਰਤਾ, ਹੁਣ ਅਸੀਂ ਆਪਣਾ ਕੰਮ ਕਰਾਂਗੇ। ਸੰਯੁਕਤ ਮੋਰਚੇ ਦੇ ਕਈ ਆਗੂਆਂ ਨਾਲ ਮੇਰੀ ਗੱਲਬਾਤ ਹੋ ਚੁੱਕੀ ਹੈ, ਉਹਨਾਂ ਨੂੰ ਮੈਂ ਮਿਲ ਕੇ, ਈਵਨ ਕਿ ਚੜੂੰਨੀ ਸਾਹਿਬ ਨਾਲ ਮੇਰੀ ਗੱਲਬਾਤ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਬਿਲਕੁਲ ਡਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਹਾਂ, ਜੋ ਕੁਛ ਵੀ ਬਣਦੀ ਕਾਰਵਾਈ ਹੋਊਗੀ, ਜੇ ਪ੍ਰਸ਼ਾਸਨ ਤੁਹਾਨੂੰ ਤੰਗ ਕਰੂਗਾ ਤਾਂ ਬਿਲਕੁਲ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਮੈਂ ਹੁਣ ਹੋਰ ਆਪਣੇ ਆਗੂ ਸਾਹਿਬਾਨਾਂ ਨੂੰ ਮਿਲੂੰਗਾ ਤੇ ਉਹਨਾਂ ਨੂੰ ਦੱਸੂੰਗਾ, ਗੱਲਬਾਤ ਰੱਖੂੰਗਾ ਸਾਰੀ, ਕਿ ਮੇਰੇ ਨਾਲ ਕੱਲ੍ਹ ਆਹ ਕੁਛ ਵਾਪਰਿਆ। ਕਿਉਂਕਿ ਰਾਜੇਵਾਲ ਸਾਹਿਬ ਤਾਂ ਇੱਧਰੋਂ ਗਏ ਆ, ਉੱਥੇ ਮੈਂ ਸਟੇਜ ਤੇ ਨਹੀਂ ਸੀਗਾ, ਉਹਨਾਂ ਦੇ ਨਾਲ ਨਹੀਂ ਸੀਗਾ, ਤਾਂ ਉਹ ਇਸ ਚੀਜ਼ਾਂ ਦੇ ਗਵਾਹ ਨੇ ਲੋਕ ਸਾਰੇ। ਮੈਂ ਉਹਨਾਂ ਨੂੰ ਦੱਸੂੰਗਾ ਜਾ ਕੇ ਗੱਲਬਾਤ ਸਾਰੀ, ਫਿਰ ਜਿਹੜੀ ਬਣਦੀ ਕਾਰਵਾਈ ਹੋਊਗੀ ਸੰਯੁਕਤ ਮੋਰਚੇ ਦੀ ਸਲਾਹ ਨਾਲ ਤੇ ਸਾਡੇ ਲੀਗਲਸ ਨਾਲ ਸਲਾਹ ਕਰਕੇ, ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ। ਕੋਈ ਰੇਡ ਵਗੈਰਾ ਪਈ ਹੈ ਜਾਂ ਤੁਸੀਂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕੀ ਸੋਚਿਆ? ਨਹੀਂ, ਏਦਾਂ ਦੀ ਰੇਡ ਵਗੈਰਾ ਕੁਛ ਵੀ ਨਹੀਂ ਹੋਇਆ ਹੈਗਾ ਹਾਲੇ ਤੱਕ। ਮੈਂ ਹੁਣ ਗੱਲਬਾਤ ਕਰੂੰਗਾ, ਕਿਉਂਕਿ ਇਹ, ਜੇ ਤਾਂ ਮੈਂ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਮੈਂ ਵਿੱਚ ਚੰਡੀਗੜ੍ਹ ਦੇ ਵੜਿਆ ਹੋਵਾਂ, ਫਿਰ ਤਾਂ ਮੈਂ ਬਿਲਕੁਲ ਐਗਰੀ ਕਰਦਾ, ਮੈਂ ਰੈਡੀ ਹਾਂ ਬਿਲਕੁਲ ਕੋਆਪਰੇਟ ਕਰਨ ਨੂੰ, ਮੈਂ ਆਪ ਜਾਊਂਗਾ। ਜੇ ਮੈਂ ਅੰਦਰ ਵੜਿਆ ਹੋਵਾਂ ਤਾਂ ਫਿਰ ਮੈਂ ਆਪ ਜਾਊਂਗਾ। ਜਦੋਂ ਮੈਂ ਉੱਥੇ ਗਿਆ ਹੀ ਨਹੀਂ, ਮੇਰਾ ਸਭ ਕੁਛ ਰਿਕਾਰਡਡ ਹੈ, ਇਹ ਤਾਂ ਬਿਲਕੁਲ ਬੇਬੁਨਿਆਦ ਤੇ ਝੂਠੇ ਪਰਚੇ ਮੇਰੇ ਤੇ ਕੱਟੇ ਗਏ ਆ ਨਾ। ਤੇ ਮੈਂ ਸੰਯੁਕਤ ਮੋਰਚੇ ਨਾਲ ਗੱਲਬਾਤ ਕਰਕੇ, ਆਪਣੇ ਲੀਗਲਸ ਨਾਲ ਗੱਲਬਾਤ ਕਰਕੇ ਇਹਦੇ ਤੇ ਅਗਲੀ ਕਾਰਵਾਈ ਕਰੂੰਗਾ। ਮੈਂ ਤੁਹਾਡੀਆਂ ਸਟੋਰੀਆਂ ਵੀ ਦੇਖ ਰਿਹਾ ਸੀ ਜਿਹੜੀਆਂ ਤੁਸੀਂ ਕੱਲ੍ਹ ਪਾਈਆਂ। ਤੁਸੀਂ ਲਗਾਤਾਰ ਗੁਰਨਾਮ ਸਿੰਘ ਚੜੂੰਨੀ ਦੇ ਨਾਲ ਹੀ ਮੋਸਟਲੀ ਰਹੇ। ਕੱਲ੍ਹ ਦਾ ਜੋ ਪ੍ਰੋਗਰਾਮ ਸੀ ਤੁਸੀਂ ਐਡਰੈਸ ਵੀ ਕਰ ਰਹੇ ਸੀ, ਪਰ ਫਿਰ ਮੈਂ ਜਿਹੜੀ FIR ਹੁੰਦੀ ਉਹ ਵੀ ਮੈਂ ਪੜ੍ਹੀ। ਉਹਦੇ ਵਿੱਚ ਇੱਕ ਪ੍ਰੋਪਰ ਇੰਸੀਡੈਂਟ ਨੂੰ ਇਲੈਬੋਰੇਟ ਕੀਤਾ ਗਿਆ ਹੈ ਕਿ ਮਟਕਾ ਚੌਂਕ 'ਤੇ ਜਸ ਬਾਜਵਾ 'ਤੇ
ਸੋਨੀਆ ਮਾਨਸੀ ਇੱਕ ਗਰੁੱਪ ਦੀ ਅਗਵਾਈ ਕਰ ਰਹੇ ਸੀ। ਗਰੁੱਪ ਦੇ ਹੱਥ ਦੇ ਉਹ ਜਿਹੜੇ ਅੱਗੇ ਬੰਦੇ ਲੱਗੇ ਹੋਏ ਸੀ, ਨੰਗੀਆਂ ਤਲਵਾਰਾਂ ਉਹਨਾਂ ਦੇ ਹੱਥਾਂ 'ਚ ਸੀ, ਝੰਡੇ ਫੜੇ ਸੀਗੇ। ਸੋ ਵੱਧ ਰਹੇ ਸੀ। ਜਦੋਂ ਪੁਲਿਸ ਨੇ ਰੋਕਿਆ ਤਾਂ ਬਕਾਇਦਾ ਇੱਕ ਕਾਂਸਟੇਬਲ ਦਾ ਵੀ ਨਾਮ ਲਿਖਿਆ, ਕ੍ਰਿਸ਼ਨ ਕੁਮਾਰ, ਕਿ ਉਹਨਾਂ ਨਾਲ ਧੱਕਾ ਮੁੱਕੀ ਹੋਈ, ਉਹਨਾਂ ਦੀ ਵਰਦੀ ਵੀ ਪਾੜ ਦਿੱਤੀ ਗਈ। ਇੰਨਾ ਕੁਛ ਹੋਇਆ ਤਾਂ ਉਹਦੇ ਚੱਲਦੇ ਕਿ ਇਹ ਸਾਰੀਆਂ ਧਾਰਾਵਾਂ ਜਿਹੜੀਆਂ ਉਹਨਾਂ ਤੇ ਬਣਦੀਆਂ ਨੇ। ਚਲੋ ਇਹ ਤਾਂ ਕਰਨ ਵਾਲਿਆਂ ਨੇ ਆਪਣਾ ਕੰਮ ਕਰਤਾ, ਵਾਹਿਗੁਰੂ ਹੋਰ ਉਹਨਾਂ ਨੂੰ ਸਮੱਤ ਬਖਸ਼ੇ ਜਿਨ੍ਹਾਂ ਨੇ, ਕਿਉਂਕਿ ਮੈਨੂੰ ਤਾਂ ਇਹ ਲੱਗਦਾ ਜਿਹਨੇ ਵੀ ਇਹ ਧਾਰਾਵਾਂ ਮੇਰੇ ਖਿਲਾਫ ਕੀਤੀਆਂ ਨੇ ਉਹ ਕਿਸਾਨ ਤਾਂ ਨਹੀਂ ਹੋ ਸਕਦਾ। ਦੇਖੋ ਚਾਹੇ ਪ੍ਰਸ਼ਾਸਨ ਵੀ ਆ, ਉਹਦੀ ਵੀ ਬੈਕਗਰਾਉਂਡ ਆ ਜਿਹੜੀ ਉਹ ਕਿਸਾਨੀ ਨਾਲ ਜੁੜਦੀ ਹੈ, ਤਾਂ ਉਹਨਾਂ ਨੂੰ ਵੀ ਪਤਾ ਕਿ ਗਵਰਨਮੈਂਟ ਸਾਡੇ ਤੇ ਲਗਾਤਾਰ ਕਿੱਡਾ ਵੱਡਾ ਤਸ਼ੱਦਦ ਕਰ ਰਹੀ ਹੈ। ਅਸੀਂ ਲਗਾਤਾਰ 11 ਬੇਸਿੱਟਾ ਮੀਟਿੰਗਾਂ ਹੋ ਚੁੱਕੀਆਂ, ਗੱਲ ਸਾਡੀ ਹੁਣ ਵੀ ਮੰਨਣ ਨੂੰ ਤਿਆਰ ਨਹੀਂ। ਇੱਕ ਤਾਨਾਸ਼ਾਹ ਰਵੱਈਆ ਸਾਡੇ ਤੇ ਅਪਣਾਇਆ ਜਾ ਰਿਹਾ। ਹੁਣ ਜੇ ਸਾਡੀ ਆਵਾਜ਼ ਨੂੰ ਵੀ ਬੰਦ ਕਰ ਦੇਣਗੇ ਤਾਂ ਫਿਰ ਤਾਂ ਵਿਰੋਧ ਹੈ ਜਿਹੜਾ ਉਹ ਲਾਜ਼ਮੀ ਹੈ। ਰਹੀ ਗੱਲ ਮਟਕਾ ਚੌਂਕ ਦੀ, ਕੋਈ ਉਹਨਾਂ ਕੋਲ ਪੁਖਤਾ ਉਸ ਚੀਜ਼ ਦੇ ਸਬੂਤ ਹੋਣਗੇ, ਕੋਈ ਗਵਾਹ ਹੋਊਗਾ ਬੰਦਾ ਇਹ ਗੱਲ ਕਹਿਣ ਨੂੰ ਕਿ ਜਸ ਬਾਜਵਾ ਜਾਂ ਇਹਦੇ ਨਾਲ ਜਿਹੜੇ ਜਥਾ ਸੀ ਜਾਂ ਇਹਦੇ ਨਾਲ ਜਿਹੜੇ ਬੰਦੇ ਸੀ, ਅਸੀਂ ਉਹਨਾਂ ਨੂੰ ਇੱਥੇ ਦੇਖਿਆ ਤੇ ਉਹਨਾਂ ਨੇ ਸਾਡੇ ਨਾਲ ਹੱਥੋਂ ਪਾਈ ਕੀਤੀ, ਕੋਈ ਸਬੂਤ ਤਾਂ ਹੋਊਗਾ ਨਾ। ਕਿੰਨੇ ਵਜੇ ਦੀ ਗੱਲ ਕਰ ਰਹੇ ਆ, ਟਾਈਮਿੰਗ ਦੱਸਣ, ਫਿਰ ਓਨੇ ਵਜੇ ਦੇ ਮੈਂ ਉਹਨਾਂ ਨੂੰ ਪੁਖਤਾ ਆਪਣੇ ਸਬੂਤ ਦਊਂਗਾ ਕਿ ਮੈਂ ਤਾਂ ਇੱਥੇ ਸੀ, ਤੁਸੀਂ ਕਿਸ ਬੁਨਿਆਦ ਤੇ ਮੇਰੇ ਤੇ ਇਲਜ਼ਾਮ ਲਾ ਰਹੇ ਹੋ। ਸੋ ਸਾਰਾ ਕੁਝ ਇੱਕ ਰਚਿਆ ਹੋਇਆ, ਸਾਜ਼ਿਸ਼ ਦੇ ਅਧੀਨ ਸਭ ਕੁਝ ਰਚਿਆ ਹੋਇਆ। ਪ੍ਰਸ਼ਾਸਨ ਨੂੰ ਇੱਕ ਮੋਹਰਾ ਬਣਾਇਆ ਜਾ ਰਿਹਾ ਹੈ। ਪਿੱਛੋਂ ਜਿਹੜੀ ਕਾਰਵਾਈ ਹੈ ਉਹ ਸੈਂਟਰ ਦੀ ਸਰਕਾਰ ਕਰਵਾ ਰਹੀ ਹੈ। ਗੌਰਮੈਂਟ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੂੰ ਲੱਗਦਾ ਕਿ ਜਿਹੜੇ ਬੰਦੇ ਫਰੰਟ ਲਾਈਨ ਤੇ ਚੱਲਦੇ ਆ, ਅਗਵਾਈ ਕਰਦੇ ਆ ਯੂਥ ਦੀ, ਯੂਥ ਵੱਡੀ ਗਿਣਤੀ 'ਚ ਜਿਨ੍ਹਾਂ ਕਰਕੇ ਆਉਂਦਾ, ਅਸੀਂ ਇਹਨਾਂ ਨੂੰ ਦਬਾ ਲਈਏ ਤੇ ਆਪਣੇ ਆਪ ਹੀ ਯੂਥ ਆ ਜਿਹੜਾ ਘਰੇ ਬਹਿ ਜਾਊਗਾ। ਮੈਂ ਇਹ ਗੱਲ ਵੀ ਕਹਿ ਦੇਣੀ ਚਾਹੁੰਦਾ, ਠੀਕ ਹੈ ਤੁਸੀਂ ਮੈਨੂੰ ਵੀ ਦਬਾ ਲਓਗੇ, ਜੇਲ੍ਹ 'ਚ ਵੀ ਕਰ ਦੋਗੇ, ਪਰ ਜਿਹੜਾ ਯੂਥ ਹੈ ਮੇਰੇ ਜੇਲ੍ਹ ਜਾਣ ਨਾਲ ਉਹ ਘਟੂਗਾ ਨਹੀਂ। ਉਹ ਪੰਜਾਬ ਦੀਆਂ ਪਿੰਡਾਂ 'ਚੋਂ, ਪੰਜਾਬ ਦੀਆਂ ਸਰਹੱਦਾਂ 'ਚੋਂ ਵੱਧ ਕੇ ਮੂਹਰੇ ਆਊਗਾ। ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਜਿਹੜਾ ਸੰਘਰਸ਼ ਹੈ ਬਿਲਕੁਲ ਜਾਰੀ ਰਹੂਗਾ। ਜਿਹੜੀਆਂ 3 ਥਾਣਿਆਂ 'ਚ FIR ਹੋਈਆਂ ਨੇ ਤੁਹਾਡੀ, ਜਿਵੇਂ 17 ਸੈਕਟਰ ਦੇ 'ਚ ਹੋਈ ਹੈ, ਇਹਦੇ ਇਲਾਵਾ ਲੱਖਾ ਸਧਾਣਾ ਤੇ ਹੋਈ ਤੇ ਬਲਦੇਵ ਸਿੰਘ ਸਰਸਾ ਤੇ ਵੀ ਹੋਈ ਹੈ, ਕਿਸਾਨ ਲੀਡਰ ਤੇ। ਪਰ ਸਾਰਿਆਂ 'ਚ ਸੇਮ ਗੱਲ ਮੈਂ ਕਿਉਂਕਿ ਪੜ੍ਹ ਰਿਹਾ ਸੀ, ਲਿਖੀ ਗਈ ਹੈ ਕਿ ਸਾਰੇ 'ਚ ਇੱਕ ਗੱਲ ਲਿਖੀ ਕਿ ਹਥਿਆਰ ਸੀ ਇਹਨਾਂ ਕੋਲ, ਜਿਹੜੇ ਅਗਵਾਈ ਕਰ ਰਹੇ ਸੀ ਗਰੁੱਪ ਦੀ, ਤੇ ਹਥਿਆਰ ਸੀ। ਤੁਸੀਂ ਕੱਲ੍ਹ ਸ਼ਾਮਿਲ ਸੀ, ਕੀ ਲੱਗਦਾ ਕਿ ਇੰਨੇ ਜਿਹੜੇ ਕਿਸਾਨ ਰੋਸ ਮਾਰਚ ਕਰ ਰਹੇ ਸੀਗੇ, ਤਲਵਾਰਾਂ ਉਹਨਾਂ 'ਚੋਂ ਕਿੰਨੀਆਂ ਕੋਲ ਤਲਵਾਰਾਂ ਜਾਂ ਹੋਰ ਹਥਿਆਰ ਕਿੰਨਿਆਂ ਕੋਲ ਸੀ? ਬਾਈ ਜੀ ਇਹ ਤਾਂ ਇੱਕ ਕਹਿਣ ਦੀਆਂ ਗੱਲਾਂ ਨੇ, ਇਹ ਇੱਕ ਪ੍ਰੋਪੋਗੰਡਾ, ਇੱਕ ਬਦਨਾਮ ਕਰਨਾ ਇੱਕ ਸੰਘਰਸ਼ ਨੂੰ, ਕਿ ਲੋਕਾਂ ਨੂੰ ਇਹ ਲੱਗੇ ਕਿ ਇਹ ਤਾਂ ਜੀ ਇਹ ਦੰਗਈਏ ਲੋਕ ਨੇ, ਇਹ ਅੱਤਵਾਦ ਫੈਲਾਉਣਾ ਚਾਹੁੰਦੇ ਆ, ਲੜਨ ਆਉਂਦੇ ਆ, ਇਹ ਮਾਨ ਮਰਿਆਦਾ ਭੰਗ ਕਰਕੇ ਵੱਢ ਟੁੱਕ ਕਰਦੇ ਆ। ਇਦਾਂ ਦੀ ਤੁਸੀਂ ਵੀਡੀਓਜ਼ ਦੇਖੋ, ਤੁਸੀਂ ਵੀਡੀਓਜ਼ ਦੇਖੋ ਕਿ ਕਿਸੇ ਵੀ ਬੰਦੇ ਦੇ ਹੱਥ 'ਚ ਤੁਹਾਨੂੰ ਕੋਈ ਹਥਿਆਰ ਦਿਖ ਰਿਹਾ, ਸਾਡੇ ਨਾਲ ਨਹੀਂ, ਜਿਹੜੇ ਹੋਰ ਵੀ ਜਿਹੜੇ ਚੰਡੀਗੜ੍ਹ 'ਚ ਵੀ ਬੜੇ ਆ, ਤੁਸੀਂ ਦੇਖੋ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਹੈ ਕਿ ਕਿਸੇ ਦੇ ਹੱਥ 'ਚ ਹਥਿਆਰ ਹੈ ਜਾਂ ਪਹਿਲਾਂ ਕਿੰਨੇ ਕੁ ਹਥਿਆਰ ਲੈ ਕੇ ਕਿਸਾਨ ਚੱਲਦੇ ਆ। ਤਾਂ ਇੱਕ ਬਦਨਾਮ ਕਰਨ ਦਾ ਢੰਗ ਅਪਣਾਇਆ ਗਿਆ ਕਿ ਕਿਸਾਨਾਂ ਦੀ ਲਹਿਰ ਨੂੰ ਵੱਧ ਤੋਂ ਵੱਧ ਬਦਨਾਮ ਅਸੀਂ ਕਿਵੇਂ ਕਰ ਸਕਦੇ ਹਾਂ, ਉਵੇਂ ਕਰੀਏ। ਹੁਣ ਹੋਰ ਕੁਝ ਉਹਨਾਂ ਤੋਂ ਨਹੀਂ ਕਿਹਾ ਗਿਆ, ਉਹਨਾਂ ਨੇ ਇਹ ਗੱਲ ਕਹਿਤੀ ਕਿ ਤਲਵਾਰਾਂ ਲੈ ਕੇ ਆਏ ਆ। ਕਿਹਦੇ ਕੋਲ ਨੇ ਤਲਵਾਰਾਂ? ਦੇਖੋ ਅਸੀਂ ਤਾਂ ਆਪ ਡੁੱਬੇ ਪਏ ਆ, ਸਾਡੇ ਤਾਂ ਖੇਤ ਸਾਡੇ ਤੋਂ ਖੋਹ ਰਹੇ ਆ, ਅਸੀਂ ਤਾਂ ਉਸ ਦਾ ਸੰਘਰਸ਼ ਵਿੱਢਿਆ ਹੋਇਆ। ਅਸੀਂ ਕੋਈ ਇੱਥੇ ਕੁਛ ਅਲੱਗ ਸੂਬੇ ਦੀ ਜਾਂ ਅਲੱਗ ਦੇਸ਼ ਦੀ ਮੰਗ ਥੋੜ੍ਹੀ ਕਰ ਰਹੇ ਹਾਂ ਕਿ ਤਲਵਾਰਾਂ। ਅਸੀਂ ਤਾਂ ਸਿੱਧੀ ਗੱਲ ਕਹਿ ਰਹੇ ਹਾਂ ਕਿ ਕਾਲੇ ਕਾਨੂੰਨ ਤੁਸੀਂ ਬਣਾਏ ਆ, ਸਾਡੇ ਹਜਮ ਨਹੀਂ ਆਉਂਦੇ, ਸਾਡੇ ਸਮਝ ਨਹੀਂ ਆਉਂਦੇ, ਤੁਸੀਂ ਇਹਨਾਂ ਨੂੰ ਵਾਪਸ ਲੈ ਲਓ। ਗੌਰਮੈਂਟਾਂ ਜਿਹੜੀਆਂ ਲੋਕਤੰਤਰ ਦੇ ਵਿੱਚ ਲੋਕਾਂ ਲਈ ਕੰਮ ਕਰਦੀਆਂ ਨੇ, ਨਾ ਕਿ ਤਾਨਾਸ਼ਾਹ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਦੀਆਂ ਨੇ। ਸਭ ਕੁਝ ਹੀ ਅਡਾਨੀਆਂ ਨੂੰ, ਅੰਬਾਨੀਆਂ ਨੂੰ, ਖੇਤ ਵੀ ਅਡਾਨੀਆਂ ਨੂੰ, ਰੇਲਾਂ ਵੀ ਅੰਬਾਨੀਆਂ ਨੂੰ। ਇਹ ਇੱਕ ਪ੍ਰੋਪੋਗੰਡੇ ਦੇ ਅਧੀਨ ਜਿਹੜੀ ਇਹ ਗੌਰਮੈਂਟ, ਇਹ ਅੱਜ ਵਿਰੋਧ ਵੀ ਇਸ ਗੌਰਮੈਂਟ ਦਾ ਇਸ ਦੇਸ਼ ਦੇ ਵਿੱਚ ਜਿਹੜਾ ਇਕੱਲੇ ਕਿਸਾਨਾਂ ਵਾਲੇ ਪਾਸਿਓਂ ਨਹੀਂ, ਹਰ ਇੱਕ ਪਾਸਿਓਂ ਵਿਰੋਧ ਹੈ। ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਦੇਖੋ, ਤੁਸੀਂ ਨੋਟਬੰਦੀ ਤੋਂ ਬਾਅਦ ਦੇਖੋ, ਤੁਸੀਂ ਲਗਾਤਾਰ ਦੇਖੋ ਕਿ ਕਿੰਨਾ ਅੱਜ ਕਿੱਥੇ ਸਾਡੀ ਇਕੋਨਮੀ, GDP ਕਿੱਥੇ ਆ ਗਈ, ਬੰਗਲਾਦੇਸ਼ ਤੋਂ ਵੀ ਥੱਲੇ ਚਲੇ ਗਏ। ਹਾਲਤ ਤਾਂ ਦੇਖੋ ਨਾ ਦੇਸ਼ ਦੀ, ਭੁੱਖਮਰੀ ਦੇ ਚਾਂਸ ਬਣੇ ਖੜੇ ਆ ਇਸ ਮੁਲਕ ਦੇ। ਕਿਸਾਨ ਤਾਂ ਫਿਰ ਸੰਘਰਸ਼ ਕਰ ਰਿਹਾ, ਅੰਨ ਪੈਦਾ ਕਰਕੇ ਦਿੰਦਾ। ਇਹ ਕੋਝੀਆਂ ਜਿਹੜੀਆਂ ਸਾਜ਼ਿਸ਼ਾਂ ਗੌਰਮੈਂਟ ਚੱਲਦੀ ਆ, ਮੈਂ ਇਹਨਾਂ ਸਭ ਦੀ ਨਿਖੇਧੀ ਕਰਦਾ। ਇਦਾਂ ਦਾ ਠੀਕ ਹੈ, ਤੁਸੀਂ ਲੜਾਈ ਲੜੋ, ਇੱਕ ਮਰਦਾਂ ਵਾਲੀ ਲੜਾਈ ਲੜੋ, ਬੁਨਿਆਦ ਦੇ ਆਧਾਰ ਤੇ, ਤੱਥਾਂ ਦੇ ਆਧਾਰ ਤੇ ਗੱਲ ਕਰੋ। ਇਹ ਕੋਈ ਬੇਬੁਨਿਆਦ ਗੱਲਾਂ ਕਿ ਹਥਿਆਰ ਸੀ ਜੀ, ਦੰਗੇ ਸੀ, ਇਹ ਸੀ, ਐਡੀਆਂ ਐਡੀਆਂ ਧਾਰਾਵਾਂ, ਨੌਨ ਬੇਲੇਬਲ ਵਾਰੰਟ ਜਾਰੀ ਕਰ ਦੇਣੇ ਜਾਂ FIR ਕੱਟ ਦੇਣੀਆਂ, ਇਹ ਤਾਂ ਇਹਨਾਂ ਚੀਜ਼ਾਂ ਦੀ ਮੈਂ ਨਿਖੇਧੀ ਕਰਦਾ ਸਾਰਿਆਂ ਦੀ। ਨਹੀਂ ਗੌਰਮੈਂਟ ਨੂੰ ਕਰਨਾ ਚਾਹੀਦਾ, ਪਰ ਜੇ ਕਰ ਰਹੀ ਹੈ ਅਸੀਂ ਉਹਦਾ ਵਿਰੋਧ ਕਰਾਂਗੇ। ਸਾਡੇ ਸੰਘਰਸ਼ ਤੇ ਤਾਂ ਕੋਈ ਅਸਰ ਨਹੀਂ ਪਊਗਾ। ਸੰਘਰਸ਼ ਜਿੰਨਾ ਗੌਰਮੈਂਟ ਸਾਨੂੰ ਦੱਬਣ ਦੀ ਕੋਸ਼ਿਸ਼ ਕਰੂਗੀ, ਅਸੀਂ ਓਨਾ ਵੱਧ ਅੱਗੇ ਉੱਠ ਕੇ ਖੜੇ ਹੋਵਾਂਗੇ। ਪਹਿਲਾਂ ਵੀ ਜਿਵੇਂ ਕੁਝ ਆਰਟਿਸਟਾਂ ਤੇ FIR ਹੋਈਆਂ ਸੀ, ਜਿਵੇਂ ਤੁਹਾਡੇ ਸਾਥੀ ਸ਼੍ਰੀ ਬਰਾੜ ਤੇ ਵੀ FIR ਕੀਤੀ ਸੀ, ਜੇਲ੍ਹ 'ਚ ਵੀ ਕੁਝ ਦਿਨ ਲਾਉਣੇ ਪਏ। ਸੋ
ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੇ ਕੱਲ੍ਹ ਨੂੰ ਤੁਹਾਨੂੰ ਵੀ ਇਸੇ ਤਰੀਕੇ ਨਾਲ ਹੋਰ ਅੱਗੇ ਕੇਸਾਂ ਦੇ ਵਿੱਚ ਇੰਪਲੀਕੇਟ ਕਰਕੇ ਜੇਲ੍ਹ ਦੇ ਵਿੱਚ ਵੀ ਜਾਣ ਦੀ ਨੌਬਤ ਆਉਂਦੀ ਹੈ, ਤੇ ਕੀ ਜਸ ਬਾਜਵਾ ਡਰਨ ਵਾਲੇ ਨੇ, ਜਾਂ ਅੱਗੇ ਇਸੇ ਤਰੀਕੇ ਦੇ ਨਾਲ ਜਿਵੇਂ ਸ਼ੁਰੂ ਤੋਂ ਤੁਸੀਂ ਆਵਾਜ਼ ਚੱਕ ਰਹੇ ਹੋ ਇਸੇ ਤਰੀਕੇ ਨਾਲ ਕਾਇਮ ਰੱਖੋਗੇ? ਨਹੀਂ, ਬਿਲਕੁਲ ਕੋਈ ਫ਼ਰਕ ਨਹੀਂ ਪੈਂਦਾ, ਪਰਚੀਆਂ ਤੋਂ ਫ਼ਰਕ ਨਹੀਂ ਪੈਂਦਾ, ਜੇਲ੍ਹਾਂ ਤੋਂ ਫ਼ਰਕ ਨਹੀਂ ਪੈਂਦਾ, ਕਿੱਡੀ ਗੱਲ ਹੈ ਜੇਲ੍ਹਾਂ 'ਚ ਸਾਡੇ ਕਿੰਨੇ ਭਰਾ ਜੇਲ੍ਹਾਂ ਕੱਟ ਕੇ ਆਏ ਆ, 4-4 5-5 ਮਹੀਨੇ ਉਹ ਲਾ ਕੇ ਆਏ ਆ, ਮੈਨੂੰ ਲੈ ਜਾਣਗੇ ਤਾਂ ਮੈਂ ਲਾ ਆਊਂਗਾ, ਕੋਈ ਫ਼ਰਕ ਨਹੀਂ ਪੈਂਦਾ। ਜੇ ਅਸੀਂ ਸੱਚ ਤੇ ਖੜੇ ਹਾਂ, ਆਪਦੀ ਹੋਂਦ ਲਈ ਖੜੇ ਹਾਂ, ਆਪਦੇ ਰੁਜ਼ਗਾਰ ਲਈ ਖੜੇ ਹਾਂ, ਕਿਸਾਨੀ ਹੈ ਜਿਹੜਾ ਧਰਮ ਹੈ ਸਾਡਾ ਪਹਿਲਾ, ਉਹਦੇ ਲਈ ਖੜੇ ਹਾਂ, ਕਿਉਂਕਿ ਮੈਂ ਆਪਦੇ ਫਾਦਰ ਨੂੰ, ਮੈਂ ਆਪਦੇ ਬਜ਼ੁਰਗਾਂ ਨੂੰ ਦੇਖਿਆ ਕਿ ਕਿਵੇਂ ਉਹਨਾਂ ਨੇ ਉਹਨਾਂ ਖੇਤਾਂ 'ਚ ਹਲ ਚਲਾਇਆ। ਸਾਡਾ ਇਮੋਸ਼ਨਲੀ ਤੌਰ 'ਤੇ ਵੀ ਬੜੀਆਂ ਯਾਦਾਂ ਉਹਨਾਂ ਖੇਤਾਂ ਨਾਲ, ਇੱਕ ਇਤਿਹਾਸ ਜੁੜਿਆ। ਇੱਦਾਂ ਅਸੀਂ ਕਾਰਪੋਰੇਟ ਨੂੰ ਨਹੀਂ ਦੇਣ ਦੇਵਾਂਗੇ, ਚਾਹੇ ਉਹਦੇ ਲਈ ਕੁਛ ਵੀ ਕਰਨਾ ਪੈ ਜੇ। ਗੌਰਮੈਂਟ ਤੋਂ ਜੋ ਸਰਦਾ ਬਣਦਾ ਹੈ ਉਹ ਕਰ ਲਵੇ, ਜੋ ਸਾਡੇ ਤੋਂ ਸਰਦਾ ਬਣਦਾ ਹੋਊਗਾ ਅਸੀਂ ਆਪਦੀ ਆਵਾਜ਼ ਆ ਜਿਹੜੀ ਉਹ ਬਿਲਕੁਲ ਬੁਲੰਦ ਰੱਖਾਂਗੇ। 2022 ਚ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਸਿਆਸੀ ਮਾਹੌਲ ਭਖਿਆ ਹੋਇਆ ਹੈ, ਤੇ ਇਹ ਗੱਲਾਂ ਚੱਲ ਰਹੀਆਂ ਨੇ ਕਿ ਇੱਕ ਨਵੀਂ ਕਿਸਾਨਾਂ ਦੀ ਧਿਰ ਬਣ ਸਕਦੀ ਹੈ। ਸੋ ਅਗਰ ਬਣਦੀ ਆ ਵਾਕਈ ਧਿਰ, ਤੇ ਤੁਹਾਨੂੰ ਆਫਰ ਕੀਤਾ ਜਾਂਦਾ ਹੈ ਕਿ ਤੁਸੀਂ ਸ਼ਾਮਿਲ ਹੋ ਸਕਦੇ ਹੋ ਰਾਜਨੀਤੀ ਚ ਆਉਣ ਬਾਰੇ, ਕੀ ਸੋਚ ਰਹੇ ਹੋ? ਦੇਖੋ, ਪਹਿਲਾਂ ਤਾਂ ਹਲੇ ਸਾਡਾ ਮੁੱਦਾ ਇਹੀ ਆ ਕਿ ਅਸੀਂ 3 ਕਾਲੇ ਕਾਨੂੰਨ ਨੇ ਜਿਹੜੇ ਇਹ ਸੰਘਰਸ਼ ਵਿੱਢਿਆ, ਇਹਨੂੰ ਰੱਦ ਕਰਾਉਣਾ, 3 ਹੀ ਕਾਲੇ ਕਾਨੂੰਨਾਂ ਨੂੰ। ਉਦੋਂ ਬਾਅਦ 'ਚ ਪੰਜਾਬ ਦੀ ਬਿਹਤਰੀ ਲਈ, ਪੰਜਾਬ ਦਿਆਂ ਹਿੱਤਾਂ ਲਈ ਜੋ ਵੀ ਸਾਡੇ ਤੋਂ ਬਣਦਾ ਸਰਦਾ ਹੋਊਗਾ ਸੰਯੁਕਤ ਮੋਰਚੇ ਦਾ, ਕਿਉਂਕਿ ਮੈਂ ਤਾਂ ਇੱਕ ਸਿਪਾਹੀ ਹਾਂ ਇਸ ਅੰਦੋਲਨ ਦਾ। ਸਾਡੇ ਜਿਨ੍ਹਾਂ ਕੋਲ 40-40 ਸਾਲ ਦਾ ਤਜਰਬਾ ਹੈ, ਸਾਡੇ ਉਹ ਲੀਡਰ ਨੇ, ਜੋ ਉਹਨਾਂ ਨੂੰ ਸਹੀ ਲੱਗੂਗਾ ਕਿ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ, ਜੇ ਉਹ ਕਹਿਣਗੇ ਕਿ ਸਾਨੂੰ ਪੋਲੀਟੀਕਲ ਪਾਰਟੀ ਬਣਾਉਣੀ ਚਾਹੀਦੀ ਹੈ ਜਾਂ ਵੋਟਾਂ 'ਚ ਆਉਣਾ ਚਾਹੀਦਾ, ਤਾਂ ਅਸੀਂ ਬਿਲਕੁਲ ਉਹਨਾਂ ਦਾ ਸਮਰਥਨ ਕਰਾਂਗੇ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਆਖਰੀ ਚ ਮੈਂ ਦੋ ਗੱਲਾਂ ਪੁੱਛੂੰਗਾ। ਇੱਕ ਤਾਂ ਕਿਸਾਨ ਮੋਰਚਾ ਜਿਹਨੂੰ 7 ਮਹੀਨੇ ਹੋ ਗਏ ਨੇ ਦਿੱਲੀ ਦੇ ਬਾਰਡਰ ਤੇ, ਉਹਦੀ ਤੁਸੀਂ ਤਸਵੀਰ ਕਿਵੇਂ ਦੇਖਦੇ ਹੋ ਹੁਣ, ਕਿ ਕੀ ਪਾਇਆ ਕੀ ਖੋਇਆ? ਨੰਬਰ 2, ਜਸ ਬਾਜਵਾ ਦੀ ਜ਼ਿੰਦਗੀ ਦੇ ਵਿੱਚ ਕਿਸਾਨ ਮੋਰਚੇ ਨੇ ਕਿੱਡਾ ਕੁ ਬਦਲਾਅ ਲਿਆਂਦਾ? ਪਹਿਲੀ ਗੱਲ ਤਾਂ ਮੈਂ ਜੇ ਪਾਇਆ ਜਾਂ ਖੋਏ ਦੀ ਗੱਲ ਕਰਾਂ ਤਾਂ 550 ਤੋਂ ਉੱਤੇ ਸ਼ਹਾਦਤਾਂ ਹੋ ਗਈਆਂ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕਿਸੇ ਘਰ ਦਾ ਚਿਰਾਗ ਹੀ ਬੁੱਝ ਜਾਣਾ। ਕਿਵੇਂ ਉਹਨਾਂ ਦਾ ਰੁਜ਼ਗਾਰ ਚੱਲੂਗਾ, ਕਿਵੇਂ ਉਹਨਾਂ ਦੇ ਕੰਮਕਾਰ ਚੱਲਣਗੇ, ਕਿੱਥੋਂ ਉਹਨਾਂ ਦੇ ਘਰ 'ਚ ਅੰਨ ਦੇ ਲਈ ਪੈਸਾ ਆਊਗਾ, ਵਾਹਿਗੁਰੂ ਜਾਣਦਾ ਹੈ। ਬਹੁਤ ਵੱਡੀ ਕੁਰਬਾਨੀ ਹੁੰਦੀ ਆ, ਕਿਸੇ ਦੀ ਲੱਤ ਵੱਢੀ ਜਾਵੇ, ਬਾਂਹ ਵੱਢੀ ਜਾਵੇ, ਕਿਸੇ ਨੂੰ ਜੇਲ੍ਹ ਹੋ ਜਾਵੇ, ਉਹ ਗੱਲ ਬੰਦਾ ਭੋਗ ਲੈਂਦਾ। ਕੋਈ ਬੰਦਾ ਜ਼ਿੰਦਗੀ ਤੋਂ ਚਲਾ ਜਾਵੇ, ਇਹ ਇੱਕ ਬਹੁਤ ਵੱਡੀ ਕੁਰਬਾਨੀ ਹੁੰਦੀ ਆ। ਖੋਇਆ ਤਾਂ ਅਸੀਂ ਆਪਣੇ ਭਰਾਵਾਂ ਨੂੰ ਖੋਇਆ, 550 ਤੋਂ ਉੱਤੇ ਸ਼ਹਾਦਤਾਂ ਹੋਈਆਂ, ਪੁਲਿਸ ਨੇ ਤਸ਼ੱਦਦ ਕੀਤਾ, ਸਾਡੇ ਬਜ਼ੁਰਗਾਂ ਦੇ ਸਿਰ ਤੇ ਡੰਡੇ ਮਾਰੇ, ਉਹਨਾਂ ਦੇ ਸਿਰ ਪਾੜੇ, 40-40 ਟਾਂਕੇ ਲੱਗੇ, ਲਾਠੀ ਚਾਰਜ ਕੀਤਾ, ਪੱਗ ਜਿਹਨੂੰ ਸਿਰ ਦਾ ਤਾਜ ਕਿਹਾ ਜਾਂਦਾ ਹੈ, ਪਾਣੀ ਦੀਆਂ ਵਿਛਾੜਾਂ ਮਾਰ ਕੇ ਉਹਨੂੰ ਥੱਲੇ ਰੋਲਿਆ ਗਿਆ ਪੈਰਾਂ ਦੇ ਵਿੱਚ। ਇਹ ਚੀਜ਼ਾਂ ਕਿਤੇ ਨਾ ਕਿਤੇ ਦੁਖਦਾਈ ਨੇ, ਇਸ ਅੰਦੋਲਨ ਦੀਆਂ ਕੁਰਬਾਨੀਆਂ ਨੇ ਸਾਡੇ ਕਿਸਾਨ ਭਾਈਚਾਰੇ ਦੀਆਂ। ਜਿੱਥੋਂ ਤੱਕ ਗੱਲ ਪਾਉਣ ਦੀ ਕਰੀਏ ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿਨ੍ਹਾਂ ਅੰਗਰੇਜ਼ਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਕਿਸਾਨ ਚੀਜ਼ ਕੀ ਨੇ, ਉੱਥੇ ਵੀ ਅੱਜ ਕਿਸਾਨੀ ਦੀ ਗੱਲ ਹੁੰਦੀ ਆ। ਜੇ ਗੱਲ ਕਰੀਏ ਗ੍ਰੇਟਾ ਥਨਬਰਗ ਦੀ ਜਾਂ ਰਿਹਾਨਾ ਦੀ, ਜਾਂ ਦੁਨੀਆ 'ਚ ਜਿੰਨੇ ਇਨਸਾਨੀਅਤ ਪਸੰਦ ਲੋਕ ਨੇ, ਉਹ ਸਾਡੀ ਪਿੱਠ ਤੇ ਆ ਕੇ ਸਾਡੇ ਮੋਰਚੇ ਨਾਲ ਖੜ ਗਏ। ਅਸੀਂ ਦਿਖਾਇਆ ਕਿ ਲੋਕਤੰਤਰ 'ਚ ਲੋਕਾਂ ਦੀ ਸ਼ਕਤੀ ਕੀ ਹੁੰਦੀ ਹੈ। ਗੌਰਮੈਂਟ ਚਾਹੇ ਤੁਹਾਡੇ ਤੇ ਕਿੱਡਾ ਹੀ ਤਸ਼ੱਦਦ ਕਰ ਲਵੇ, ਅੱਜ ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਲੰਬਾ ਚੱਲਣ ਵਾਲਾ ਸੰਘਰਸ਼ ਮੈਨੂੰ ਲੱਗਦਾ ਬਣ ਜਾਊਗਾ ਆਉਣ ਵਾਲੇ ਦਿਨਾਂ 'ਚ। ਤਾਂ ਇਹ ਇੱਕ ਵੱਡੀ ਸਾਡੀ ਜਿੱਤ ਹੈ। ਅਸੀਂ ਦੁਨੀਆ ਨੂੰ ਦਿਖਾਇਆ ਕਿ ਜੇ ਗੌਰਮੈਂਟ ਨਿਆਂ ਕਰਦੀ ਹੈ ਤਾਂ ਅਸੀਂ ਇਹਦੇ ਖਿਲਾਫ ਡਟ ਕੇ ਇਹਦਾ ਵਿਰੋਧ ਕਰਾਂਗੇ, ਤੇ ਅਖੀਰਲੇ ਦਮ ਤੱਕ ਕਰਦੇ ਰਵਾਂਗੇ ਜਦ ਤੱਕ ਗੌਰਮੈਂਟ ਆਪਣੇ ਬਿੱਲ ਨੇ ਜਿਹੜੇ ਵਾਪਸ ਨਹੀਂ ਲੈ ਲੈਂਦੀ। ਸੋ ਇਨਸਾਨੀਅਤ ਪਸੰਦ ਲੋਕ ਪੂਰੀ ਦੁਨੀਆ ਦੇ, ਇਕੱਲੇ ਭਾਰਤ ਦੇ ਨਹੀਂ, ਪੂਰੀ ਦੁਨੀਆ ਦੇ ਵਿੱਚ ਅੱਜ ਪੰਜਾਬ ਦੀ ਜਿਹੜੀ ਛਵੀ ਹੈ, ਕਿਸਾਨੀ ਦੀ ਜਿਹੜੀ ਛਵੀ ਹੈ, ਉਹ ਬਹੁਤ ਵੱਡੇ ਪੱਧਰ ਤੇ ਉੱਤੇ ਗਈ ਹੈ। ਕੀ ਤੁਸੀਂ ਜਿਹੜਾ ਮੈਂ ਤੁਹਾਨੂੰ ਪੁੱਛਿਆ ਸੀ ਉਹਦੇ ਬਾਰੇ ਨਹੀਂ ਦੱਸਿਆ ਕਿ ਤੁਹਾਡੀ ਲਾਈਫ 'ਚ ਕੀ ਚੇਂਜ ਆਇਆ? ਕਿਉਂਕਿ ਇੱਕ ਗਲੈਮਰ ਵਾਲੀ ਇੱਕ ਲਾਈਫ ਕਹਿ ਸਕਦੇ ਹਾਂ ਕਿ ਐਂਟਰਟੇਨਮੈਂਟ ਦੇ ਰਿਲੇਟਡ ਗਾਣੇ ਕਰਦੇ ਸੀਗੇ, ਲੇਕਿਨ ਪਿਛਲੇ 6-7 ਮਹੀਨਿਆਂ ਤੋਂ ਜਸ ਬਾਜਵਾ ਅਗਰ ਕੋਈ ਗਾਣਾ ਕੱਢਦਾ ਵੀ ਹੈ ਤਾਂ ਉਹ ਕਿਸਾਨੀ ਸੰਘਰਸ਼ ਨਾਲ ਹੀ ਜੁੜਿਆ ਹੁੰਦਾ ਹੈ। ਸੋ ਓਵਰਆਲ ਕੀ ਚੇਂਜ ਦੇਖਦੇ ਹੋ ਲਾਈਫ 'ਚ? ਓਵਰਆਲ ਬਹੁਤ ਵੱਡਾ ਚੇਂਜ ਹੈ। ਮੈਂ ਜੇ ਜ਼ਿਆਦਾ ਮੈਨੂੰ ਪਹਿਲਾਂ ਵੀ ਸਾਹਿਤ ਦਾ ਬਹੁਤ ਸ਼ੌਂਕ ਸੀ, ਕਿਤਾਬਾਂ ਦਾ ਬਹੁਤ ਸ਼ੌਂਕ ਸੀ, ਪਰ ਇਸ ਸੰਘਰਸ਼ ਨਾਲ ਜੁੜ ਕੇ ਮੇਰੀ ਜ਼ਿੰਦਗੀ ਤੇ ਬਹੁਤ ਵੱਡਾ ਅਸਰ ਪਿਆ। ਹੋ ਸਕਦਾ ਹੈ ਜੇ ਇਹ ਸੰਘਰਸ਼ ਨਾ ਆਉਂਦਾ ਤਾਂ ਉਹ ਅਸਰ ਨਾ ਪੈਂਦਾ। ਹੁਣ ਮੈਂ ਚੀਜ਼ਾਂ ਨੂੰ ਬੜੀ ਬਰੀਕੀ ਨਾਲ, ਬੜੇ ਧਿਆਨ ਨਾਲ ਸਮਝਣਾ ਤੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਜੇ ਕੋਈ ਲਹਿਰ ਉੱਠਦੀ ਹੈ, ਉਹਦਾ ਇਤਿਹਾਸ ਕੀ ਹੈ, ਆਉਣ ਵਾਲੇ ਸਮੇਂ 'ਚ ਗੌਰਮੈਂਟ ਕਿਵੇਂ ਖਰੜੇ ਤਿਆਰ ਕਰਕੇ ਕਾਰਪੋਰੇਟ ਨੂੰ ਹਾਵੀ ਕਰਦੀ ਹੈ ਸਾਡੇ ਤੇ, ਕਿਵੇਂ ਇੱਕਦਮ ਰੇਟ ਵਧਾਏ ਜਾਂਦੇ ਆ ਚੀਜ਼ਾਂ ਦੇ, ਕਿਵੇਂ ਕਿਵੇਂ ਚਾਲਾਂ ਚੱਲਦੀ ਹੈ ਗੌਰਮੈਂਟ। ਦੇਸ਼ ਦਾ ਜਿਹੜਾ ਕੀ ਇੱਕ ਕਹਿ ਦਈਏ ਕਿ ਢਾਂਚਾ ਸਿਸਟਮ ਖਰਾਬ ਕਰਨ ਲਈ ਕਿਵੇਂ ਕਾਰਪੋਰੇਟ ਦੇ ਹੱਥਾਂ 'ਚ ਜਾਂ ਏਜੰਸੀਆਂ ਦੇ ਹੱਥਾਂ 'ਚ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਇਹ ਚੀਜ਼ਾਂ ਸਮਝ ਆਉਣ ਲੱਗ ਗਈਆਂ। ਜਿੱਥੋਂ ਤੱਕ ਪਰਸਨਲ ਜ਼ਿੰਦਗੀ ਦੀ ਗੱਲ ਕਰਾਂ ਤਾਂ ਮੈਂ ਪਹਿਲੇ ਦਿਨ ਤੋਂ ਹੀ ਕਿਸਾਨੀ ਦੇ ਨਾਲ ਜੁੜਿਆ ਹੋਇਆ ਸੀ। ਖੇਤੀਬਾੜੀ ਵਾਲੇ ਪਰਿਵਾਰ 'ਚੋਂ ਮੈਂ ਹੱਥੀਂ ਖੇਤੀ ਕੀਤੀ ਹੈ, ਹੁਣ ਵੀ ਮੈਂ ਕਰਦਾ। ਸਾਡੇ ਖੇਤ ਨੇ ਪਿੰਡ,
ਤਾਂ ਮੈਂ ਇਮੋਸ਼ਨਲੀ ਬਹੁਤ ਜੁੜਿਆ ਹੋਇਆ ਸੀ। ਹੋ ਸਕਦਾ ਹੈ ਕੋਈ ਹੋਰ ਸੰਘਰਸ਼ ਆਉਂਦਾ, ਧਰਨਾ ਆਉਂਦਾ, ਮੈਂ ਨਾ ਵੀ ਆਉਂਦਾ, ਪਰ ਜਦੋਂ ਗੱਲ ਖੇਤਾਂ ਦੀ ਆ ਜਾਵੇ ਤਾਂ ਫਿਰ ਲੱਗਦਾ ਹੈ ਕਿ ਨਹੀਂ ਯਾਰ, ਸਾਡਾ ਉਹ ਬਚਪਨ ਤੁਹਾਨੂੰ ਚੇਤੇ ਆ ਜਾਂਦਾ ਕਿ ਕਿਵੇਂ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਹੈ। ਸੋ ਪਰਸਨਲੀ ਤੌਰ ਤੇ ਮੇਰੀ ਜ਼ਿੰਦਗੀ ਤੇ ਬਹੁਤ ਵੱਡਾ ਇਸ ਸੰਘਰਸ਼ ਦਾ ਅਸਰ ਰਿਹਾ ਤੇ ਚੰਗਾ ਅਸਰ ਪਿਆ, ਨਾ ਕਿ ਕੋਈ ਮਾੜਾ ਅਸਰ ਪਿਆ। ਇੱਕ ਚੰਗੀ ਸੋਚ ਸੋਚਣ ਦਾ ਮੈਨੂੰ ਮੌਕਾ ਮਿਲਿਆ, ਚੰਗਾ ਇੱਕ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ ਤੇ ਚੰਗੇ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਚੰਗਾ ਮੇਰੇ ਲਈ ਬਹੁਤ ਕੁਛ ਚੰਗਾ ਹੋਇਆ ਇਸ ਸੰਘਰਸ਼ ਦੇ ਵਿੱਚ। ਬਹੁਤ-ਬਹੁਤ ਸ਼ੁਕਰੀਆ ਜੀ। ਸੋ ਪੰਜਾਬੀ ਗਾਇਕ ਜਸ ਬਾਜਵਾ ਨਾਲ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਤੇ ਐਫ.ਆਈ.ਆਰ ਹੋਈ ਹੈ ਚੰਡੀਗੜ੍ਹ ਪੁਲਿਸ ਵੱਲੋਂ। ਇਸ ਐਫ.ਆਈ.ਆਰ ਨੂੰ ਬੇਬੁਨਿਆਦ ਦੱਸਿਆ ਹੈ ਤੇ ਉਹਨਾਂ ਦਾ ਕਹਿਣਾ ਕਿ ਸੈਂਟਰ ਵੱਲੋਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਉਹ ਅਖੀਰਲੇ ਦੌਰ ਤੱਕ ਜਿਹੜੇ ਨੇ, ਅਖੀਰਲੇ ਸਮੇਂ ਤੱਕ ਕਿਸਾਨਾਂ ਦੇ ਹੱਕਾਂ ਲਈ ਇਸੇ ਤਰ੍ਹਾਂ ਲੜਦੇ ਰਹਿਣਗੇ। ਮੋਹਾਲੀ ਤੋਂ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਜ਼। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।